ਆਸਰੋ ਮਨਸੂਰ ਗੁਰ ਗੋਬਿੰਦ ਸਿੰਘ। ਏਜ਼ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਹਕਰਾ ਗੰਜ਼ੂਰ ਗੁਰ ਗੋਬਿੰਦ ਸਿੰਘ। ਜ਼ੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ। ਹਕ ਹਕ ਆਗਾਹ ਗੁਰ ਗੋਬਿੰਦ ਸਿੰਘ। ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ। ਹਕ ਹਕ ਆਈਨਾ ਗੁਰ ਗੋਬਿੰਦ ਸਿੰਘ। ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਧੰਨ ਧੰਨ ਰਹਿਮਤਾਂ ਦੇ ਸਾਗਰ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਰਹਿਮਤ ਦੇ ਸਦਕਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਗਵਾਈ ਦੇ ਹੇਠਾਂ ਆਪ ਗੁਰੂ ਪਿਆਰ ਵਾਲੇ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਅੱਜ ਖਾਲਸੇ ਦਾ ਸਾਜਣਾ ਦਿਵਸ ਵੈਸਾਖੀ ਦਿਹਾੜਾ ਜੋ ਪਿਛਲੇ ਦਿਨੀ ਲੰਘ ਕੇ ਗਿਆ ਹੈ ਬੜੀ ਸ਼ਰਧਾ ਨਾਲ ਮਨਾ ਰਹੇ ਹੋ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਈਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਕੁਝ ਆਪਾਂ ਸਿੱਖਿਆ ਲਈਏ ਜੋ ਮਹਾਰਾਜ ਨੇ ਨੁਕਤੇ ਬਖਸ਼ਿਸ਼ ਕੀਤੇ ਹਨ। ਮਹਾਰਾਜ ਦਾ ਉਪਦੇਸ਼ ਧਾਰਨ ਕਰੀਏ। ਬਣਾਓ ਜੀ ਇਕਾਗਰਤਾ ਤੇ ਅਸੀਸਾਂ ਬਖਸ਼ੋ ਜੀ ਹਾਜ਼ਰੀ ਪ੍ਰਵਾਨ ਕਰਦਿਆਂ ਹੋਇਆ। ਬਖਸ਼ੋ ਜੀ ਅਸੀਸਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੋ ਬੱਦਲ ਹੁੰਦੇ ਹਨ ਉਹ ਸਾਂਝੇ ਹੁੰਦੇ ਨੇ, ਪਰ ਜਿਹੜੀਆਂ ਨਦੀਆਂ ਹਨ ਦਰਿਆ ਹਨ ਉਹਨਾਂ ਨੂੰ ਵੰਡਿਆ ਜਾਂਦਾ ਹੈ। ਜਿਵੇਂ ਕੋਈ ਭਾਰਤ ਦਾ ਦਰਿਆ ਹੈ, ਕੋਈ ਪਾਕਿਸਤਾਨ ਦਾ ਦਰਿਆ ਹੈ, ਕੋਈ ਅਮਰੀਕਾ ਜਾਂ ਮਿਸਰ ਦੇ ਵਿੱਚ ਇੱਕ ਨੀਲ ਨਦੀ ਹੈ ਬਹੁਤ ਮਸ਼ਹੂਰ ਹੈ। ਇਸ ਤਰ੍ਹਾਂ ਇਹਨਾਂ ਦੀ ਵੰਡ ਹੋ ਜਾਂਦੀ ਹੈ। ਪਰ ਜਦੋਂ ਵਾਸ਼ਪੀਕਰਨ ਹੁੰਦਾ ਹੈ ਬੱਦਲ ਬਣਦੇ ਹਨ ਇਹ ਅਗਲੇਰੀ ਗੱਲ ਹੈ। ਇੱਥੇ ਫਿਰ ਕੋਈ ਵੰਡ ਨਹੀਂ ਰਹਿ ਜਾਂਦੀ। ਇਹ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਇਹ ਜਿਹੜਾ ਬੱਦਲ ਹੈ ਇਹ ਭਾਰਤ ਦਾ ਹੈ, ਇਹ ਬੱਦਲ ਬੰਗਲਾਦੇਸ਼ ਦਾ ਹੈ, ਅਮਰੀਕਨ ਬੱਦਲ ਹੈ। ਜਿਵੇਂ ਸੂਰਜ ਨੂੰ ਵੰਡਿਆ ਨਹੀਂ ਨਾ ਜਾ ਸਕਦਾ, ਸੂਰਜ ਨੂੰ ਇਹ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ, ਜਾਂ ਚੰਦਰਮੇ ਨੂੰ ਵੀ ਇਹ ਅਮਰੀਕਨ ਸੂਰਜ ਹੈ, ਇਹ ਇੰਡੀਅਨ ਸੂਰਜ ਹੈ। ਗੱਲ ਮੈਂ ਬੱਦਲਾਂ ਦੀ ਕਰ ਰਿਹਾ। ਇਸੇ ਤਰ੍ਹਾਂ ਬੱਦਲ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੋ ਹਨ ਉਹ ਸਾਂਝੇ ਨੇ। ਉੱਥੇ ਕੋਈ ਹੱਦ ਨਹੀਂ, ਬੰਨਾ ਨਹੀਂ,
ਕਿਸੇ ਪ੍ਰਕਾਰ ਦੀ ਵੰਡੀ ਨਹੀਂ। ਇਹ ਨਹੀਂ ਕਿਹਾ ਜਾ ਸਕਦਾ ਕਿ ਗੁਰੂ ਸਾਹਿਬ ਕੇਵਲ ਭਾਰਤੀ ਲੋਕਾਂ ਦੇ ਹਨ। ਜੇ ਐਸਾ ਹੁੰਦਾ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੇ ਬਹੁਤ ਦੂਰ ਚੀਨ ਵਿੱਚ ਗਏ ਹਨ। ਫਿਰ ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇੱਧਰ ਸ਼੍ਰੀ ਲੰਕਾ ਗਏ, ਬੜੀ ਬੜੀ ਦੂਰ ਤੱਕ ਭਰਮਣ ਕੀਤਾ ਹੈ। ਇਹਦੇ ਪਿੱਛੇ ਕਾਰਨ ਇਹ ਹੈ ਕਿ ਗੁਰੂ ਸਾਹਿਬ ਜੀ ਸਾਂਝੇ ਨੇ, ਸਾਂਝਾ ਹੀ ਉਪਦੇਸ਼ ਦਿੰਦੇ ਨੇ। ਮਹਾਰਾਜ 10ਵੇਂ ਪਾਤਸ਼ਾਹ ਗੁਰੂ ਕਲਗੀਧਰ ਸੱਚੀ ਸਰਕਾਰ ਗਰੀਬ ਨਵਾਜ ਨੇ ਜਦੋਂ 1699 ਵਿਸਾਖੀ ਵਾਲਾ ਦਿਨ ਆਇਆ, ਉਦਣ ਇੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਅਮਿਟ ਛਾਪ ਦਿੱਤੀ ਸੰਸਾਰ ਦੇ ਉੱਪਰ, ਨਾ ਮਿਟਣ ਵਾਲੀ। ਉਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕੇਸਗੜ੍ਹ ਸਾਹਿਬ ਦੇ ਪਵਿੱਤਰ ਅਸਥਾਨ ਤੋਂ ਆਵਾਜ਼ ਮਾਰੀ, ਬਹੁਤ ਵੱਡਾ ਇਕੱਠ ਹੈ ਨਾਨਕ ਨਾਮ ਲੇਵਾ ਸੰਗਤਾਂ ਦਾ। ਤੇ ਸਤਿਗੁਰੂ ਮਹਾਰਾਜ ਨੇ ਵੇਖੋ 5 ਸੀਸ ਚੁਣ ਲਏ। ਜਿਹੜੇ 5 ਸਿਰ ਚੁਣੇ ਹਨ, 5 ਸਿੱਖਾਂ ਨੂੰ ਆਪਣਾ ਬਣਾਇਆ ਹੈ, ਬਾਅਦ ਵਿੱਚ ਰੁਤਬਾ 5 ਪਿਆਰਿਆਂ ਦਾ ਦਿੱਤਾ ਹੈ। ਇਹਦੇ ਬਾਰੇ ਥੋੜੀ ਜਿਹੀ ਵਿਚਾਰ ਜੇ ਆਪਾਂ ਕਰੀਏ ਨਾ ਸਾਧ ਸੰਗਤ, ਤੇ ਸਭ ਤੋਂ ਪਹਿਲਾਂ, ਹਾਲਾਂਕਿ ਉਹਨਾਂ ਦੀਆਂ ਜਾਤਾਂ ਵੱਖ-ਵੱਖ ਹਨ, ਇਲਾਕਾ ਵੱਖਰਾ, ਬੋਲੀਆਂ ਵੱਖਰੀਆਂ ਬੋਲਦੇ ਨੇ। ਜਿਵੇਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਹਨ, ਲਾਹੌਰ ਦੇ ਰਹਿਣ ਵਾਲੇ ਨੇ, ਤੇ ਜਾਤ ਦੇ ਉਹ ਖੱਤਰੀ ਹਨ, ਪੰਜਾਬੀ ਬੋਲਦੇ ਨੇ ਸਾਧ ਸੰਗਤ। ਉਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਸੀਸ ਭੇਟ ਕਰਨ ਵਾਲੇ ਨੇ ਭਾਈ ਸਾਹਿਬ ਭਾਈ ਧਰਮ ਚੰਦ ਜੀ। ਇਹ ਪੰਜਾਬੀ ਨਹੀਂ ਬੋਲਦੇ, ਇਹ ਹਸਤਿਨਾਪੁਰ ਦੇ ਰਹਿਣ ਵਾਲੇ ਹਨ ਤੇ ਜਾਤ ਦੇ ਜੱਟ ਨੇ, ਤੇ ਬੋਲਦੇ ਹਨ ਬ੍ਰਿਜ ਭਾਸ਼ਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਤੀਜੀ ਵਾਰਾਂ ਆਵਾਜ਼ਾ ਮਾਰਿਆ, ਤੇ ਤੀਜੀ ਵਾਰਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਸੀਸ ਭੇਟ ਕਰਨ ਵਾਸਤੇ ਭਾਈ ਹਿੰਮਤ ਰਾਏ ਜੀ ਆਏ। ਉਹ ਜਾਤ ਦੇ ਝੂਰ ਸਨ। ਔਰ ਸਾਧ ਸੰਗਤ ਜਗਨਨਾਥ ਪੁਰੀ ਉੜੀਸਾ ਦੇ ਰਹਿਣ ਵਾਲੇ ਨੇ, ਉੜੀਆ ਭਾਸ਼ਾ ਬੋਲਦੇ ਨੇ। ਫਿਰ ਚੌਥੀ ਗੁਰੂ ਮਹਾਰਾਜ ਦੇ ਪਿਆਰੇ ਸਹਿਬਾਨ ਹੋਏ, ਉਹਨਾਂ ਦਾ ਨਾਂ ਹੈ ਸਾਧ ਸੰਗਤ ਮੋਕਮ ਚੰਦ। ਭਾਈ ਸਾਹਿਬ ਭਾਈ ਮੋਕਮ ਚੰਦ ਜੀ ਜਾਤ ਦੇ ਸ਼ਿੰਬੇ ਸਨ। ਔਰ ਸਾਧ ਸੰਗਤ ਉਹ ਗੁਜਰਾਤ ਦੇ ਰਹਿਣ ਵਾਲੇ ਸਨ, ਬਿਦਰ। ਤੇ ਇਹ ਗੁਜਰਾਤ ਦੇ ਰਹਿਣ ਵਾਲੇ ਸਨ, ਗੁਜਰਾਤੀ ਭਾਸ਼ਾ ਬੋਲਦੇ ਹਨ। ਫਿਰ ਸਾਹਿਬ ਚੰਦ ਜੀ ਹਨ, ਜੋ ਪਿਆਰੇ ਸਹਿਬਾਨ ਸਾਹਿਬ ਚੰਦ ਜੀ ਹਨ, ਉਹ ਜਾਤ ਦੇ ਸਾਧ ਸੰਗਤ ਜੀ ਨਾਈ ਨੇ, ਤੇ ਰਹਿਣ ਵਾਲੇ ਨੇ ਕਰਨਾਟਕ ਦੇ, ਕਰਨਾਟਕ ਬਿਦਰ ਨਾਨਕ ਝੀਰਾ ਸਾਹਿਬ ਜਿਹੜਾ ਬਿਦਰ ਹੈ, ਇੱਥੋਂ ਦੇ ਰਹਿਣ ਵਾਲੇ ਨੇ। ਇਹ ਕੰਨੜ ਭਾਸ਼ਾ ਬੋਲਦੇ ਨੇ। ਭਾਸ਼ਾਵਾਂ ਅਲੱਗ ਹਨ, ਜਾਤਾਂ ਅੱਡ ਹਨ, ਇਲਾਕੇ ਵੱਖਰੇ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਨੂੰ ਇੱਕ ਜੋਤ ਬਣਾਇਆ, ਇੱਕੋ ਜਗ੍ਹਾ ਇਕੱਠਿਆਂ ਕਰ ਦਿੱਤਾ। ਗੁਰੂ ਕਲਗੀਧਰ ਮਹਾਰਾਜ ਨੇ, ਧੰਨ ਨੇ ਸਤਿਗੁਰੂ। ਕਿਉਂਕਿ ਸਤਿਗੁਰੂ ਮਹਾਰਾਜ ਦੇ ਵਿੱਚ ਇੱਕ ਕਲਾ ਹੈ, ਸੱਚੇ ਪਾਤਸ਼ਾਹ ਨੇ ਕਲਾ ਵਰਤਾਈ, ਸਭਨਾਂ ਦੇ ਸਾਂਝੇ ਨੇ, ਸਭ ਨੂੰ ਸਾਂਝਾ ਹੀ ਉਪਦੇਸ਼ ਦੇਣ ਵਾਸਤੇ ਆਏ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਫਿਰ ਉਸ ਤੋਂ ਬਾਅਦ ਜਦੋਂ ਕਿਰਪਾ ਹੋ ਗਈ, ਤੰਬੂ ਦੇ ਵਿੱਚੋਂ ਸੱਜ ਕੇ ਬਾਹਰ ਆਏ, ਲੋਕਾਂ ਦੇ ਇਕੱਠ ਨੇ ਦਰਸ਼ਨ ਕੀਤੇ, ਵੇਖਿਆ ਕਿ ਸਿਰਾਂ ਦੇ ਉੱਤੇ ਬੜੇ ਸੁੰਦਰ ਇੱਕੋ ਜਿਹੇ ਦਸਤਾਰੇ ਸਜਾਏ ਹੋਏ ਹਨ, ਹੱਥਾਂ ਵਿੱਚ ਕੜੇ ਪਾਏ ਹਨ, ਤੇੜ ਇਹਨਾਂ ਦੇ ਕਛਹਿਰੇ ਹਨ, ਗਲਾਂ ਵਿੱਚ ਗਾਤਰੇ ਪਾਏ ਹਨ, ਸ੍ਰੀ ਸਾਹਿਬਾਂ ਸੋਭ ਰਹੀਆਂ ਹਨ। ਤੇ ਇਹਨਾਂ ਦੇ ਜਿਹੜੇ ਬਸਤਰ ਹਨ ਸੁਨਹਿਰੇ ਰੰਗ ਦੇ, ਬਹੁਤ ਸੁੰਦਰ ਇਹਨਾਂ ਦੇ ਸਰੀਰ ਉੱਤੇ ਬਸਤਰ ਸ਼ੋਭ ਰਹੇ ਨੇ। ਗੁਰੂ ਕਲਗੀਧਰ ਮਹਾਰਾਜ ਨੇ ਖੰਡਾ ਮੰਗਾਇਆ ਔਰ ਬਾਟਾ ਆ ਗਿਆ ਸਰਬਲੋਹ ਦਾ, ਉਹਦੇ ਵਿੱਚ ਸਤਲੁਜ ਦੇ ਵਿੱਚੋਂ ਜਲ ਪਾਇਆ। ਤੇ ਇੱਕ ਇਤਿਹਾਸਕਾਰ ਨੂੰ ਪੜ੍ਹਿਆ ਮੈਂ, ਉਹਨਾਂ ਨੇ ਲਿਖਿਆ, ਬੜੀ ਗੱਲ ਮਨ ਭਾਉਂਦੀ ਹੈ। ਪਤਾਸੇ ਆਏ, ਗੁੜ ਦੇ ਪਤਾਸੇ ਹੁੰਦੇ ਸੀ। ਔਰ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਹੈ,
ਤੇ ਉੱਥੇ ਵੇਖੋ ਫਿਰ ਕਲਾ ਕੀ ਵਰਤਦੀ ਹੈ। ਮਹਾਰਾਜ ਨੇ ਜੋ ਵਿਧੀ ਦਿੱਤੀ ਹੈ, ਜੋ ਮਰਿਆਦਾ ਦਿੱਤੀ ਹੈ, ਕਹਿ ਲਓ ਅੰਮ੍ਰਿਤ ਛਕਣ ਦੀ, ਕਿੱਡਾ ਮਹਾਰਾਜ ਸਾਹਿਬ ਜੀ ਦਾ ਅਜਬ ਤਰੀਕਾ ਹੈ। ਜਾਂ ਇਹ ਜਿਹੜੀ ਵਿਧੀ ਇਹਨੂੰ ਆਪਾਂ ਇਉਂ ਕਹਿ ਸਕਦੇ ਹਾਂ, ਰੂਹਾਨੀ ਜੀਵਨ ਦੀ ਗੱਲ ਹੈ ਸਾਰੀ। ਮਹਾਰਾਜ ਸਾਹਿਬ ਬਾਬਾ ਨਾਨਕ ਜੀ ਦੇ ਘਰ ਦੁਨਿਆਵੀ ਜਿਹੜਾ ਜੀਵਨ ਹੈ ਠੀਕ ਹੈ, ਉਹ ਮਹਾਰਾਜ ਦੀ ਬਾਣੀ ਪੜ੍ਹਿਆਂ ਸਵਰਦਾ ਹੈ। ਇਤਿਹਾਸ ਜੇ ਆਪਾਂ ਪੜਾਂਗੇ ਆਪਾਂ ਨੂੰ ਜਿਉਣ ਦੀ ਢੰਗ ਆਏਗਾ, ਜੀਵਨ ਜਿਉਣ ਦਾ ਤਰੀਕਾ ਪਤਾ ਲੱਗੇਗਾ। ਪਰ ਮਹਾਰਾਜ ਦੇ ਘਰ ਵਿੱਚ ਜਿਤਨੇ ਕਰਤੱਵ ਹਨ, ਜਿਤਨੀ ਕਲਾ ਹੈ ਸੱਚੇ ਪਾਤਸ਼ਾਹ ਨੇ ਵਰਤਾਈ, ਸਾਰੀ ਰੂਹਾਨੀ ਜੀਵਨ ਵਾਲੇ ਬੰਨੇ ਨੂੰ ਪ੍ਰੇਰਨਾ ਦਿੰਦੀ ਹੈ। ਸਤਿਗੁਰੂ ਮਹਾਰਾਜ ਅੰਮ੍ਰਿਤ ਛਕਾਉਂਦੇ ਨੇ। ਅੰਮ੍ਰਿਤ ਛਕਣ ਦਾ ਕੀ ਤਰੀਕਾ ਹੈ ਜੀ? ਸਭ ਤੋਂ ਪਹਿਲਾਂ ਜਿਹੜਾ ਚੂਲਾ ਹੈ ਉਹ ਮੂੰਹ ਦੇ ਵਿੱਚ ਪਾਇਆ ਜਾਂਦਾ ਹੈ। ਮੂੰਹ ਦੇ ਵਿੱਚ ਭਾਵ ਅੰਮ੍ਰਿਤ ਜਾਂਦਾ ਹੈ, ਹਿਰਦੇ 'ਚ ਉਤਰਦਾ ਹੈ ਅੰਮ੍ਰਿਤ। ਉਹਦਾ ਮਤਲਬ ਇਹ ਹੈ ਵੀ ਇਹ ਪ੍ਰਾਣੀ ਹੈ, ਜੀਵ, ਤੂੰ ਕਈ ਜਨਮਾਂ ਦੇ ਸੰਸਕਾਰ ਆਪਣੇ ਨਾਲ ਲੈ ਕੇ ਆਇਆ ਔਰ ਤਰ੍ਹਾਂ ਤਰ੍ਹਾਂ ਦੇ ਪਾਪ ਕਰਮ ਤੂੰ ਕੀਤੇ ਹਨ, ਜਿਹਦੇ ਨਾਲ ਤੇਰਾ ਹਿਰਦਾ ਗੰਦਾ ਹੈ। ਗੁਰੂ ਮਾਲਕ ਦਾ ਅੰਮ੍ਰਿਤ ਤੇਰੇ ਹਿਰਦੇ ਵਿੱਚ ਪ੍ਰਵੇਸ਼ ਕਰੇਗਾ ਤੇ ਤੇਰੇ ਅੰਦਰ ਸ਼ੁੱਧਤਾ ਆਏਗੀ, ਜਨਮਾਂ ਜਨਮਾਂ ਦੀ ਮੈਲ ਤੇਰੀ ਉਤਰੇਗੀ। ਫਿਰ ਸਾਧ ਸੰਗਤ 5 ਚੂਲੇ ਜਦੋਂ ਛਕਾਏ ਜਾਂਦੇ, ਦੂਜਾ ਵਾਰੀ ਆਉਂਦੀ ਹੈ ਨੇਤਰਾਂ ਦੀ। ਇਉਂ ਕਹਿ ਲਓ ਫਿਰ ਨੇਤਰਾਂ ਦੇ ਵਿੱਚ ਜਲ ਪਾਇਆ ਮਹਾਰਾਜ ਨੇ ਅੰਮ੍ਰਿਤ। ਉਹਦਾ ਮਤਲਬ ਇਹ ਹੈ ਵੀ ਜਿਹੜੇ ਨੇਤਰ ਹਨ, ਵੇਖਣ ਦੀ ਜਾਚ ਨਹੀਂ ਹੈ, ਢੰਗ ਨਹੀਂ ਹੈ, ਤਰੀਕਾ ਨਹੀਂ ਨੇਤਰਾਂ ਨੂੰ ਵੇਖਣ ਦਾ, ਅੱਖਾਂ ਨੂੰ ਵੇਖਣ ਦੀ ਜਾਚ ਨਹੀਂ। ਤੇ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਦ੍ਰਿਸ਼ਟ ਵਿਕਾਰੀ ਬੰਧਨ ਬੰਧ ਹੈ, ਹਉ ਤਾਂ ਕੇ ਬਲ ਜਾਈ। ਜੇ ਕਿਤੇ ਵਿਕਾਰੀ ਦ੍ਰਿਸ਼ਟੀ ਨਾ ਹੋਵੇ ਇਹਨਾਂ ਅੱਖਾਂ ਦੇ ਅੰਦਰ, ਵੇਖਣ ਜਦੋਂ ਵੇਖਣ ਤੇ ਵਿਕਾਰ ਨਾ ਵੇਖਣ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਵੇਖਣ ਦੀ ਜਾਚ ਆ ਜਾਏ। ਪਰਾਏ ਤਨ ਨੂੰ ਨਾ ਵੇਖਣ, ਪਰਤਰੀਆ ਰੂਪ ਨਾ ਪਿਖੈ ਨੇਤਰ, ਪਰਾਏ ਧਨ ਨੂੰ ਨਾ ਵੇਖਣ। ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਜਾਏ। ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਧ ਸੰਗਤ ਸੰਕਲਪ ਦਿੱਤਾ ਆਪਾਂ ਨੂੰ ਬਾਣੀ ਦੇ ਅੰਦਰ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਫਿਰ ਤੀਸਰੀ ਵਾਰੀ ਆਈ ਹੈ ਸਾਧ ਸੰਗਤ ਦਸਮ ਦਵਾਰ ਦੀ। ਆਪਾਂ ਕਹਿੰਦੇ ਆ ਨਾ, ਮਹਾਰਾਜ ਨੇ ਜਦੋਂ ਚੂਲੇ ਪਾਏ 5 ਸਿਰ ਦੇ ਵਿੱਚ ਪਾਏ, ਇਹ ਸਾਧ ਸੰਗਤ ਠੀਕ ਹੈ ਸਿਰ ਵਿੱਚ ਪਾਏ, ਮੰਨਿਆ ਕੇਸਾਂ 'ਚ ਪਾਏ, ਪਰ ਦਸਮ ਦਵਾਰ ਦੇ ਉੱਤੇ ਚੂਲਾ ਪਾਇਆ ਜਾਂਦਾ ਹੈ। ਉਹਦਾ ਮਤਲਬ ਬਿਲਕੁਲ ਸਪਸ਼ਟ ਹੈ ਵੀ ਭਾਵੇਂ ਤੇਰਾ ਜਿਹੜਾ ਸਰੀਰ ਹੈ ਗੰਦਾ ਹੈ, ਤੂੰ ਮਿੱਟੀ ਦਾ ਪੁਤਲਾ ਹੈ, ਪਰ ਦਸਵੇਂ ਦਵਾਰ ਦੇ ਵਿੱਚ ਤੇਰਾ ਰੱਬ ਰਹਿੰਦਾ ਹੈ। ਦਸਵਾਂ ਦਵਾਰ ਉਹਦੀ ਤੱਕ ਪਹੁੰਚ ਤੂੰ ਕਰਨੀ ਹੈ, ਉਹਨੂੰ ਖੋਲਣਾ ਹੈ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਸਭ ਕਹਿੰਦੇ 9 ਦਵਾਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਣੀ, ਇੱਕ ਨਾ 10ਵਾਂ ਦਵਾਰ ਦਿਖਾਇਆ। ਇਹ ਸੀ ਪ੍ਰਯੋਜਨ। ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਕਦਰ ਸਿੱਖਿਆ ਦਿੱਤੀ। ਫਿਰ ਜਦੋਂ ਅੰਮ੍ਰਿਤ ਛਕਿਆ ਸਾਧ ਸੰਗਤ, ਇੱਕ ਪੰਥ ਸਾਜ ਦਿੱਤਾ ਮਹਾਰਾਜ ਨੇ, ਐਸਾ ਪੰਥ, ਨਵੀਨ ਪੰਥ ਜਿਹਦੇ ਅੰਦਰ ਕ੍ਰਾਂਤੀ ਆ ਗਈ। ਉਹਨੂੰ ਫਿਰ ਮਾਰਗ ਦਰਸ਼ਨ ਕੀਤਾ ਸੱਚੇ ਪਾਤਸ਼ਾਹ ਨੇ। ਆਖਿਆ ਵੀ ਤੂੰ ਕਿਸੇ ਸ਼ਕਤੀ ਦੀ ਮਾਨਤਾ ਨਹੀਂ ਕਰਨੀ, ਕਿਰਤ ਨੂੰ ਨਹੀਂ ਮੰਨਣਾ ਜ਼ਿੰਦਗੀ ਦੇ ਵਿੱਚ ਕਦੇ। ਮਹਾਰਾਜ ਮੈਂ ਕਿਹਦੀ ਪੂਜਾ ਕਰਨੀ ਹੈ, ਕਿਹਨੂੰ ਮੰਨਣਾ ਹੈ? ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਸਿੱਖਿਆ ਦਿੱਤੀ। ਸਤਿਗੁਰੂ ਜੀ ਕਹਿੰਦੇ ਨੇ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮਠ ਭਾ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਨੈ। ਫਿਰ ਮਹਾਰਾਜ ਨੇ ਆਖਿਆ ਸਾਵਧਾਨ ਹੋ ਜਾ,
ਕੁਰੈਤਾਂ ਨਹੀਂ ਕਰਨੀਆਂ, ਜਿਹੜੀਆਂ 4 ਬੱਜਰ ਕੁਰੈਤਾਂ ਤੋਂ ਮਹਾਰਾਜ ਨੇ ਅਗਾਹ ਕੀਤਾ। ਉਹਦਾ ਮਤਲਬ ਇਹ 2 ਦੇ ਖਾਣ ਨਾਲ ਸੰਬੰਧਿਤ ਨੇ ਵੀ ਨਸ਼ਾ ਨਾ ਜ਼ਿੰਦਗੀ ਦੇ ਵਿੱਚ ਕਦੇ ਕਰੀ। ਜਿਹੜਾ ਤੰਬਾਕੂ ਤੋਂ ਵਿਵਰਜਿਤ ਕੀਤਾ ਹੈ ਉਹ ਇਸ ਕਰਕੇ ਕਿ ਸਭ ਤੋਂ ਖਤਰਨਾਕ ਜਿਹੜਾ ਤੇ ਰੱਬ ਤੋਂ ਦੂਰੀ ਪੈਦਾ ਕਰਨ ਵਾਲਾ, ਰੂਹਾਨੀ ਜੀਵਨ ਖੋਹ ਲੈਣ ਵਾਲਾ ਨਸ਼ਾ ਹੈ ਉਹ ਹੈ ਤੰਬਾਕੂ, ਜਿਹਨੂੰ ਮਹਾਰਾਜ ਦੇ ਘਰ ਵਿੱਚ ਬਹੁਤ ਮਾੜਾ ਮੰਨਿਆ ਗਿਆ। ਬਾਕੀ ਨਸ਼ਿਆਂ ਤੋਂ ਵੀ ਵਰਜਿਤ ਕੀਤਾ। ਭੁੱਗੀ ਨਹੀਂ ਖਾਣੀ, ਸ਼ਰਾਬ ਨਹੀਂ ਪੀਣੀ, ਅਫੀਮ ਨਹੀਂ ਖਾਣੀ, ਹੀਰੋਇਨ ਨਹੀਂ ਵਰਤਣੀ। ਮਹਾਰਾਜ ਨੇ ਤੇ ਇੱਕ ਬਹੁਤ ਕਮਾਲ ਦਾ ਸਮਾਜ ਸਿਰਜਿਆ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਤੋਂ ਬਾਅਦ ਉਪਦੇਸ਼ ਕਰਦੇ ਹਨ ਕਿ ਕੁੱਠਾ ਨਹੀਂ ਖਾਣਾ, ਫਿਰ ਸਾਧ ਸੰਗਤ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਤੇ ਆਚਰਣ ਉੱਚਾ ਰੱਖਣਾ। ਚੌਥੀ ਜਿਹੜੀ ਬੱਜਰ ਕੁਰੈਤ ਹੈ, ਆਚਰਣ ਪਰਤਨਗਾਮੀ ਨਹੀਂ ਹੋਣਾ, ਆਚਰਣ ਬੜਾ ਉੱਚਾ। ਜੇ ਜੱਤ ਹੋਵੇਗਾ ਪੱਲੇ ਤਾਂ ਸੱਤ ਆਏਗਾ। ਜਿਹਦੇ ਪੱਲੇ ਸੱਤ ਹੈ, ਜਿਹਦਾ ਆਚਰਣ ਉੱਚਾ ਹੈ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਉਹੀ ਕੌਮਾਂ ਤਰੱਕੀਆਂ ਕਰਦੀਆਂ ਦੁਨੀਆ ਵਿੱਚ ਮਾਰ ਕੇ ਮਾਰਦੀਆਂ ਹਨ। ਸੱਚੇ ਸਤਿਗੁਰੂ ਨੇ ਕਿਰਪਾ ਕੀਤੀ, ਇਸ ਤਰ੍ਹਾਂ ਦੀ ਸਿੱਖਿਆ ਦਿਖਿਆ ਦਿੱਤੀ, ਨਾਮ ਨਾਲ ਜੋੜਿਆ। ਉਸ ਤੋਂ ਬਾਅਦ ਕੀ ਹੁੰਦਾ, ਸਿਰ ਦੇ ਉੱਤੇ ਹੱਥ ਰੱਖ ਕੇ ਵਾਹਿਗੁਰੂ 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 ਜਪਾਇਆ ਜਾਂਦਾ ਹੈ। ਉਹਦਾ ਮਤਲਬ ਬੜਾ ਸਪਸ਼ਟ ਹੈ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੱਦੀ ਦੇਣੀ ਹੈ, ਪੰਥ ਨੂੰ ਗੱਦੀ ਦਿੱਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਕਰਕੇ ਗੁਰੂ ਪੰਥ, ਇਸ ਕਰਕੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਹੀ 5 ਪਿਆਰੇ ਸਾਹਿਬਾਨ ਅੰਮ੍ਰਿਤ ਛਕਾ ਸਕਦੇ ਹਨ। ਜਿਹੜਾ ਗੁਰੂ ਪੰਥ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਸੰਪੂਰਨ ਹੈ। ਖਿਮਾ ਕਰਨਾ ਵਰਨਾ ਅਧੂਰਾ ਹੈ। ਸਤਿਗੁਰੂ ਮਹਾਰਾਜ ਦੇ ਸੰਕਲਪ ਬੜੇ ਸਪਸ਼ਟ ਨੇ। ਜੋ ਮਹਾਰਾਜ ਸਿੱਖਿਆ, ਜੋ ਸਿਧਾਂਤ ਸਾਨੂੰ ਦੇ ਕੇ ਗਏ ਨੇ, ਬਹੁਤ ਸਪਸ਼ਟ ਹੈ। ਸਾਧ ਸੰਗਤ, ਸਤਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਪੰਥ ਸਾਜ ਦਿੱਤਾ। ਇਸੇ ਕਾਰਜ ਲਈ ਮਹਾਰਾਜ ਦੁਨੀਆ 'ਚ ਆਏ ਸੀ। ਇੱਕ ਇਸ ਤਰ੍ਹਾਂ ਦਾ ਸ਼ਕਤੀਸ਼ਾਲੀ, ਜਿਹੜਾ ਸਾਧ ਸੰਗਤ ਪਹਿਲਾਂ ਸੰਤ ਹੈ, ਬਾਅਦ ਵਿੱਚ ਸਿਪਾਹੀ ਹੈ, ਇੱਕ ਸੰਪੂਰਨ ਮਹਾਰਾਜ ਨੇ ਮੂਰਤ ਤਿਆਰ ਕੀਤੀ, ਜਿਹੜਾ ਗੁਰੂ ਮਹਾਰਾਜ ਦਾ ਖਾਲਸਾ ਹੋ ਨਿਬੜਿਆ। ਜਿਹਦੇ ਬਾਰੇ ਮਹਾਰਾਜ ਸਾਹਿਬ ਜੀ ਕਹਿੰਦੇ, ਸਾਨੂੰ ਅਕਾਲ ਪੁਰਖ ਨੇ ਆਖਿਆ, ਮੈਂ ਆਪਣਾ ਸੁਤ ਤੋਹੇ ਨਿਵਾਜਾ। ਚੌਪਈ, ਚੌਪਈ ਦਾ ਮਤਲਬ ਹੁੰਦਾ ਜਿਹਦੇ ਵਿੱਚ 4-4 ਪੰਕਤੀਆਂ ਤੁਰੀਆਂ ਆਉਣ। ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਜਹਾਂ ਤਹਾਂ ਤੈਂ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਦੋਹਰਾ। ਫਿਰ ਸਾਹਿਬ ਜੀ ਕਹਿੰਦੇ ਕਿ ਉਸ ਵਕਤ ਜਦੋਂ ਪਰਮੇਸ਼ਰ ਨੇ ਸਾਨੂੰ ਇਹ ਹੁਕਮ ਦਿੱਤਾ ਤੇ ਮਹਾਰਾਜ ਜੀ ਕਹਿੰਦੇ, ਅਸਾਂ ਨੇ ਫਿਰ ਦੋਹਰਾ ਠਾਡ ਪਿਓ ਮੈਂ ਜੋਰ ਕਰ। ਅਸੀਂ ਹੱਥ ਜੋੜ ਕੇ ਖੜੇ ਹੋ ਗਏ। ਠਾਡ ਪਿਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਪੰਥ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਪ੍ਰਗਟ ਕਰਨਾ, ਪਰ ਤੁਹਾਡੀ ਕਿਰਪਾ ਨਾਲ ਹੀ ਹੋਣਾ ਹੈ। ਪਰਮੇਸ਼ਰ ਪਰਵਦਗਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੇ ਸੰਸਾਰ ਵਿੱਚ ਆਉਣ ਦਾ ਪ੍ਰਯੋਜਨ, ਸੰਸਾਰ ਵਿੱਚ ਆ ਕੇ ਨਿਭਾਉਣ ਵਾਲੇ ਕਰਤੱਵ ਦੇ ਬਾਬਤ ਦੱਸਦੇ ਨੇ। ਸਾਹਿਬ ਜੀ ਕਹਿੰਦੇ ਨੇ, ਹਮ ਏ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖ ਅਨ ਪਕਰ ਪਛਾਰੋ। ਜਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨ ਮੰਗ। ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਕਿਵੇਂ ਆਏ? ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਜਿਹੜਾ ਦੁਸ਼ਟਾਂ ਦੀ ਜੜ ਪੁੱਟੀ ਹੈ ਨਾ, ਹਿੰਦੁਸਤਾਨ ਵਿੱਚੋਂ ਚਿੰਤਕ ਲੋਕ ਇਹ ਕਹਿੰਦੇ ਹਨ, ਕਦੇ ਵੀ ਇਹ ਰਾਜ ਨਹੀਂ ਸੀ ਖਤਮ ਹੋ ਸਕਣਾ ਜੇ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਖਾਲਸਾ ਪੰਥ ਦੀ ਸਾਜਨਾ ਨਾ ਕਰਦੇ। ਹੁਣ ਵੇਖੋ, ਬਹੁਤ ਲੰਮਾ ਸਮਾਂ ਪਿੱਛੇ ਆਪਾਂ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ ਤੇ ਸਾਧ ਸੰਗਤ ਮੁਹੰਮਦ ਬਿਨ ਕਾਸਮ ਜਦੋਂ ਆਇਆ ਹੈ ਭਾਰਤ ਦੀ ਧਰਤੀ ਦੇ ਉੱਪਰ,
ਉਹਦੇ ਨਾਲ ਥੋੜੀ ਜੀ ਗਿਣਤੀ ਦੇ ਵਿੱਚ ਸਿਪਾਹੀ ਨੇ, ਬਹੁਤ ਥੋੜੀ ਜੀ ਗਿਣਤੀ। ਉਹਨੇ ਭਾਰਤ ਦੇ ਉੱਪਰ ਆ ਕੇ ਕਬਜ਼ਾ ਕਰ ਲਿਆ ਔਰ ਇੱਥੇ ਰਾਜ ਕੀਤਾ। ਉਸ ਤੋਂ ਬਾਅਦ ਜਦੋਂ ਮਹਿਮੂਦ ਗਜ਼ਨਵੀ ਆਇਆ, ਮਹਿਮੂਦ ਗਜ਼ਨਵੀ ਨੇ ਆ ਕੇ 17 ਵਾਰੀ ਭਾਰਤ ਦੇ ਉੱਤੇ ਹਮਲਾ ਕੀਤਾ। 17 ਵਾਰੀ ਇੱਥੋਂ ਲੁੱਟਿਆ ਇਹਨੂੰ, ਔਰ ਇਸ ਦੇਸ਼ ਦੇ ਵੱਡੇ ਵੱਡੇ ਮੰਦਰ, ਸੋਮਨਾਥ ਮੰਦਰ ਨੂੰ ਲੁੱਟਿਆ। ਇੱਥੋਂ ਬਹੁਤ ਕੁਝ ਲੁੱਟ ਖਸੁੱਟ ਕਰਕੇ ਉਹ ਲੈ ਗਿਆ ਆਪਣੇ ਨਾਲ। ਫਿਰ ਵਕਤ ਆਪਣੀ ਚਾਲ ਚੱਲਿਆ। ਫਿਰ ਮੁਹੰਮਦ ਗੌਰੀ ਆਇਆ। ਮੁਹੰਮਦ ਗੌਰੀ ਨੇ ਬਹੁਤ ਲੰਮਾ ਸਮਾਂ ਭਾਰਤ ਦੇ ਉੱਪਰ ਰਾਜ ਕੀਤਾ। ਫਿਰ ਮੁਹੰਮਦ ਬਖਤਿਆਰ ਖਿਲਜੀ, ਅਲਾਉਦੀਨ ਖਿਲਜੀ, ਇਹਨਾਂ ਨੇ ਬੜਾ ਲੰਮਾ ਸਮਾਂ ਰਾਜ ਕੀਤਾ ਹੈ। ਫਿਰ ਸਾਧ ਸੰਗਤ ਜਦੋਂ ਆਪਾਂ ਪਿੱਛੋਂ ਤੋਂ ਅੱਗੇ ਚੱਲਦੇ ਆਈਏ, ਫਿਰ ਅੱਗੇ ਜਿਸ ਤਰ੍ਹਾਂ ਨਾਲ ਮੁਗਲ ਸ਼ਾਹ ਤੁਗਲਕ ਆਇਆ, ਵਾਹਿਗੁਰੂ, ਜਦੋਂ ਇਹ ਸਾਧ ਸੰਗਤ ਆਇਆ ਨਾ ਫਿਰੋਜ਼ ਸ਼ਾਹ ਤੁਗਲਕ, ਤੇ ਇਹਨੇ ਵੀ ਬੜਾ ਲੰਮਾ ਸਮਾਂ ਭਾਰਤ ਦੀ ਸਰਜ਼ਮੀਨ ਦੇ ਉੱਤੇ ਰਾਜ ਕੀਤਾ ਹੈ। ਸਿਕੰਦਰ ਲੋਧੀ ਆਇਆ, ਇਹਨੇ ਬੜੀ ਲੁੱਟ ਮਚਾਈ, ਇੱਥੇ ਰਾਜ ਕੀਤਾ। ਫਿਰ ਆਇਆ ਸਾਧ ਸੰਗਤ ਵਾਰੀ, ਜਦੋਂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਵਿੱਚ ਪ੍ਰਗਟ ਹੋਏ ਨੇ, ਉਸ ਵਕਤ ਉਹ ਜਿਹੜਾ ਸਮਾਂ, ਉਦੋਂ ਬਾਬਰ ਨੇ ਆਪਣਾ ਸਿੱਕਾ ਕਾਇਮ ਕੀਤਾ। ਬਾਬਰ ਆਇਆ ਇਸ ਦੇਸ਼ ਨੂੰ ਲੁੱਟਣ ਵਾਸਤੇ, ਇੱਥੇ ਰਾਜ ਕਰਨ ਵਾਸਤੇ। ਅੱਗੇ ਜਦੋਂ ਪੰਜਵੇਂ ਨਾਨਕ ਜੀ ਗੱਦੀ ਦੇ ਉੱਤੇ ਬੈਠੇ ਨੇ, ਪੰਜਵੇਂ ਗੁਰਦੇਵ, ਤੇ ਉਸ ਵਕਤ ਜਹਾਂਗੀਰ ਨੇ ਵੇਖੋ ਕਿੰਨਾ ਜ਼ੁਲਮ ਕੀਤਾ ਹੈ। ਮਹਾਰਾਜ ਨੇ ਰਜਾ ਦੇ ਵਿੱਚ ਰਾਜੀ ਰਹਿੰਦਿਆਂ ਆਪਣੇ ਸਰੀਰ ਦੀ ਆਹੂਤੀ ਦਿੱਤੀ। ਅਸਲ ਵਿੱਚ ਮਹਾਰਾਜ ਜੀ ਲੋਕਾਂ ਨੂੰ ਇਕੱਠਿਆਂ ਕਰ ਰਹੇ ਸਨ। ਸਭ ਤੋਂ ਕੱਟੜ ਤੇ ਸਭ ਤੋਂ ਸ਼ਰਈ ਦੇ ਵਿੱਚ, ਸ਼ਰ੍ਹਾ ਵਿੱਚ ਰਹਿ ਕੇ ਬਹੁਤ ਤੰਗ ਦਿਲੀ ਦੀ ਸੋਚ ਵਾਲਾ ਜਿਹੜਾ ਰਾਜਾ ਹੋਇਆ, ਉਹ ਹੈ ਸਾਧ ਸੰਗਤ ਔਰੰਗਜ਼ੇਬ, ਦਸਮ ਪਾਤਸ਼ਾਹ ਮਹਾਰਾਜ ਦੇ ਵੇਲੇ, ਜਿਨੇ ਇਸਲਾਮ ਦਾ ਨਾਰਾ ਲਾ ਕੇ ਪਤਾ ਨਹੀਂ ਭਾਰਤ ਦੇ ਵਿੱਚ ਕਿੰਨੇ ਹਿੰਦੂ ਸਨ ਜਿਨ੍ਹਾਂ ਨੂੰ ਆਪਣੇ ਗੁਲਾਮ ਬਣਾਇਆ। ਇਸਲਾਮ ਧਰਮ ਦੇ ਵਿੱਚ ਉਹਨਾਂ ਦਾ ਧਰਮ ਤਬਦੀਲ ਕੀਤਾ, ਔਰ ਇੱਥੇ ਹੀ ਬਸ ਨਹੀਂ, ਪਤਾ ਨਹੀਂ ਕਿੰਨੇ ਬ੍ਰਾਹਮਣ ਸਨ ਜਿਨ੍ਹਾਂ ਦਾ ਧਰਮ ਜਿਹੜਾ ਸੀ ਉਹਨੂੰ ਖਤਮ ਕਰ ਦਿੱਤਾ, ਮੰਦਰ ਢਾ ਦਿੱਤੇ, ਸ਼ਿਵ ਦਿਵਾਲਿਆ ਢਾ ਦਿੱਤੇ। ਇਸੇ ਕਰਕੇ ਤੇ ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਦੀ ਪੜਚੋਲ ਕੀਤੀ ਤੇ ਬਚਨ ਲਿਖਿਆ ਹੈ। ਉਹ ਕਹਿੰਦੇ ਨੇ, ਸ਼ਾਹੇ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਨਾ ਕਰਦੇ, ਖਾਲਸਾ ਪੰਥ ਨਾ ਸਾਜਦੇ, ਮਹਾਰਾਜ ਜੀ ਹੱਥ ਵਿੱਚ ਹਥਿਆਰ ਨਾ ਚੁੱਕਦੇ, ਤੇ ਫਿਰ ਕੀ ਹੁੰਦਾ? ਫਿਰ ਲਿਖਦੇ ਨੇ ਕਵੀ ਸੰਤੋਖ ਸਿੰਘ, ਕਵੀ ਜੀ ਲਿਖਦੇ, ਸ਼ਾਹੇ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ ਵਰਨ, ਗਰਕ ਜਾਤੇ ਸਾਹਿਤ ਵਿਧਾਨ ਕੀ। ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ। ਇਹਦਾ ਮਤਲਬ ਜੇ ਮੰਦਰ ਦੇ ਵਿੱਚ ਅੱਜ ਦੇਵੀ ਮਾਂ, ਕੋਈ ਦੇਵਤਾ ਸੁਰੱਖਿਅਤ ਹੈ, ਤੇ ਉਹ ਕਿਰਪਾ ਪਿੱਛੇ ਗੁਰੂ ਕਲਗੀਧਰ ਮਹਾਰਾਜ ਦੀ ਵਰਤੀ ਹੈ। ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ, ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ। ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤੀ ਨਾ ਹੋਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸੂਰਮਾ, ਮੂਰਤੀ ਨਾ ਹੋਤੀ, ਜੋ ਪੈ ਕਿਰਪਾ ਨਿਧਾਨ ਕੀ। ਹਿੰਦੁਸਤਾਨ ਦੇ ਉੱਤੇ ਤੇ ਸਨਾਤਨ ਧਰਮ ਨੇ ਰਾਜ ਕੀਤਾ ਹੀ ਨਹੀਂ। ਵੇਖੋ ਇਤਿਹਾਸ ਦੀਆਂ ਇਹ ਤਾਰੀਖਾਂ ਇਹ ਗੱਲ ਨੂੰ ਜ਼ਾਹਰ ਕਰਦੀਆਂ ਨੇ। ਹਿੰਦੂ ਨੇ ਭਾਰਤ ਦੇ ਉੱਤੇ ਰਾਜ ਨਹੀਂ ਕੀਤਾ, ਮੁਗਲਾਂ ਨੇ ਰਾਜ ਕੀਤਾ ਹੈ। ਠੀਕ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਸਾਜ ਦਿੱਤਾ, ਉਹ ਤੋਂ 11 ਸਾਲਾਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਨੇ। ਕਲਗੀਧਰ ਮਹਾਰਾਜ ਨੇ ਥਾਪੜਾ ਦੇ ਕੇ ਤਿਆਰ ਕਰਕੇ ਉਹਨਾਂ ਨੂੰ ਤੋਰਿਆ, ਅੰਮ੍ਰਿਤ ਛਕਾ ਕੇ। ਨਾਲ ਉਹਨਾਂ ਦੇ 25 ਸਿੰਘ ਦਿੱਤੇ ਨੇ ਮਹਾਰਾਜ ਨੇ, ਕੁਝ ਹਦਾਇਤਾਂ ਦਿੱਤੀਆਂ ਨੇ। ਜਿਸ ਵਕਤ ਉਹ ਆਏ ਹਨ ਤੇ ਸਾਧ ਸੰਗਤ ਕੋਈ ਬਹੁਤਾ ਲੰਮਾ ਸਮਾਂ ਨਹੀਂ ਲੰਘਿਆ, ਆ ਕੇ ਉਹਨਾਂ ਨੇ ਸਰਹੰਦ ਦੇ ਉੱਤੇ ਕਬਜ਼ਾ ਕੀਤਾ। ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਸਮਾਣੇ ਨੂੰ ਥੇ ਕੀਤਾ। ਜਿਹੜਾ ਹੁਣ ਦੇ ਸਮੇਂ ਦੇ ਵਿੱਚ ਹਰਿਆਣਾ ਹੈ, ਪੰਜਾਬ ਹੈ, ਹਿਮਾਚਲ ਹੈ, ਇਹਦੇ ਉੱਤੇ ਇੱਥੇ ਆ ਕੇ ਸਭ ਤੋਂ ਪਹਿਲਾਂ ਰਾਜ ਕਾਇਮ ਕੀਤਾ ਹੈ। ਤੇ ਰਾਜ ਕਰਨ ਵਾਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਦੇ ਵਿੱਚੋਂ ਹੀ ਸਨ ਲਤਾੜੇ ਹੋਏ ਲੋਕ।
ਜਿਨ੍ਹਾਂ ਨੂੰ ਰਾਜ ਭਾਟ ਦੀ ਪ੍ਰਾਪਤੀ ਹੋ ਗਈ ਤੇ ਰਤਨ ਸਿੰਘ ਭੰਗੂ ਜੀ ਹੋਰਾਂ ਦੇ ਕਹੇ ਹੋਏ ਬਚਨ ਸੱਚੇ ਹੋ ਗਏ। ਰਤਨ ਸਿੰਘ ਭੰਗੂ ਜੀ ਲਿਖਦੇ ਬੜਾ ਕਮਾਲ ਬਚਨ, ਕਹਿੰਦੇ ਇਹ ਜਿਹੜਾ ਮੁਕੱਦਸ ਬੀੜਾ ਹੈ ਨਾ, ਉਹ ਕਲਗੀਧਰ ਪਿਤਾ ਮਹਾਰਾਜ ਨੇ ਚੁੱਕਿਆ, ਰਾਜ ਦੇਣਾ ਚਾਹਿਆ ਇਹਨਾਂ ਨੂੰ। ਤੇ ਉਹਨਾਂ ਦੇ ਪਾਵਨ ਬਚਨ ਨੇ, ਆਪ ਜੀ ਕਹਿੰਦੇ ਹਨ, ਸਤ ਸਨਾਤ ਉਹ 12 ਜਾਤ ਜਾਣੇ ਨਹਿ ਰਾਜਨੀਤ ਕੀ ਬਾਤ। ਸਤ ਸਨਾਤ ਉਹ 12 ਜਾਤ ਜਾਣੇ ਨਹਿ ਰਾਜਨੀਤ ਕੀ ਬਾਤ। ਜੱਟ ਬੂਟ ਜਹ ਕਹਿ ਜਗ ਮਾਹੀ, ਧਿਆਨ ਨਾਲ ਸੁਣਨਾ, ਜੱਟ ਬੂਟ ਜਹ ਕਹਿ ਜਗ ਮਾਹੀ। ਬਾਣੀਏ ਬਕਾਲ ਕਿਰਾੜ ਖੱਤਰੀ ਸਦਾਹੀ। ਬਾਣੀਏ ਬਕਾਲ ਕਿਰਾੜ ਖੱਤਰੀ ਸਦਾਹੀ। ਲੁਹਾਰ ਤਰਖਾਣ ਹੁਤ ਜਾਤ ਕਮੀਨੀ। ਸ਼ਿਪੋ ਕਲਾਲ ਨੀਚਨ ਪੈ ਕਿਰਪਾ ਕੀਨੀ। ਗੁਜਰ ਗੁਹਾਰ ਹੀਰ ਕਮਜਾਤੋ। ਕੰਬੋਏ ਸੂਦਨ ਕੋਏ ਨ ਪੁੱਛੈ ਇਨ ਕੀ ਬਾਤ। ਝੀਵਰ ਨਾਈ ਰੋੜੇ ਓ ਕੁਮਿਆਰ। ਸੈਣੀ ਸੁਨਿਆਰੇ ਚੂੜੇ ਚਮਿਆਰ। ਬਹੁ ਰੁਪਏ ਲੁਬਾਣੇ ਓ ਕੁਮਿਆਰ। ਆਪ ਜੀ ਕਹਿੰਦੇ, ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ। ਕਲਗੀਧਰ ਮਹਾਰਾਜ ਨੇ ਕਿਰਪਾ ਕੀਤੀ। ਇਸ ਕਰਕੇ ਜਿਹੜੀਆਂ ਸਾਨੂੰ ਸਰਦਾਰੀਆਂ ਮਿਲੀਆਂ, ਸਾਨੂੰ ਕਿਸੇ ਨੇ ਖੈਰਾਤ ਵਜੋਂ ਨਹੀਂ ਦਿੱਤੀਆਂ, ਸਾਡੇ ਪਿਓ ਨੇ ਦਿੱਤੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ। ਇਹ ਯਾਦ ਕਰੇ ਹਮਰੀ ਗੁਰਿਆਈ। ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋਈ, ਸਿੱਕਾ ਚੱਲਿਆ ਸਾਧ ਸੰਗਤ ਗੁਰੂ ਕਲਗੀਧਰ ਮਹਾਰਾਜ ਦੇ ਨਾਂ ਦਾ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ। ਫਿਰ ਸਾਧ ਸੰਗਤ ਵਕਤ ਨੇ ਕਰਵਟ ਬਦਲੀ, ਰਾਜ ਕਾਇਮ ਫੇਰ ਹੋਇਆ। ਉਹ ਹੈ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ। ਫਿਰ ਗਦਾਰੀ ਕੀਤੀ ਹੈ ਸਾਧ ਸੰਗਤ ਪਹਾੜੀਆਂ ਨੇ, ਤੇ ਉਸ ਤੋਂ ਬਾਅਦ ਗਦਾਰੀ ਦੇ ਕਰਕੇ ਰਾਜ ਚਲਾ ਗਿਆ। ਵਕਤ ਕੋਈ ਬਹੁਤਾ ਨਹੀਂ ਲੰਘਿਆ, ਖਾਲਸੇ ਦਾ ਰਾਜ ਫੇਰ ਆਵੇਗਾ। ਉਹ ਇਸ ਗੱਲ ਤੋਂ, ਇਸ ਕਰਕੇ ਮੈਂ ਕਹਿ ਰਿਹਾ, ਗੱਲ ਗਵਾਹੀ ਭਰਦੀ ਹੈ ਕਿ ਕਲਗੀਧਰ ਪਿਤਾ ਮਹਾਰਾਜ ਆਖ ਕੇ ਗਏ, ਸਾਧ ਸੰਗਤ ਕੇ 96 ਕਰੋੜੀ ਖਾਲਸਾ। ਜਿਹੜੇ ਬਚਨ ਆਖੇ ਨੇ ਉਹ ਪੂਰਨ ਅਵਸ਼ ਹੋਣੇ ਨੇ, ਔਰ ਉਹਦੇ ਵਿੱਚ ਵੀ ਕੋਈ ਸਮਾਂ ਦੂਰ ਨਹੀਂ। ਸੋ ਸਾਰੀ ਗੱਲ ਕਰਨ ਤੋਂ ਮੁਰਾਦ ਇਹ ਹੈ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਤੇ ਖਾਲਸਾ ਪੰਥ ਸਾਜਣ ਦੇ ਵਿੱਚ ਸਾਧ ਸੰਗਤ ਦੋ ਚੀਜ਼ਾਂ ਦੀ ਸ਼ਮੂਲੀਅਤ ਹੋ ਗਈ, ਇੱਕ ਤੇ ਬਾਣੀ, ਦੂਸਰਾ ਬਾਣਾ। ਮਤਲਬ ਇਹ ਹੈ ਬਾਣੀ ਤੇ ਬਾਣੇ ਦਾ ਧਾਰਨੀ ਹੋਣਾ ਬੜਾ ਜ਼ਰੂਰੀ ਹੈ। ਜੇ ਬਾਣਾ ਪਾਇਆ ਹੈ, ਬਾਣੀ ਦਾ ਜਪ ਹੈ ਪੱਲੇ, ਫਿਰ ਮਾਲਕ ਦੀ ਕਿਰਪਾ ਨਾਲ ਪਹਿਲਾਂ ਉਹ ਸੰਤ ਹੈ, ਫਿਰ ਉਹ ਸਿਪਾਹੀ ਹੈ। ਇਹ ਉਹੀ ਬਚਨ ਨੇ ਜੋ ਗੁਰੂ ਨਾਨਕ ਮਹਾਰਾਜ ਸਾਹਿਬ ਦੇ ਵੇਲੇ ਹੋਏ ਰਾਜ ਜੋਗੀ। ਰਾਜ ਜੋਗੀ ਸ਼ਬਦ ਬਦਲ ਗਿਆ, ਬਣ ਗਿਆ ਦੇਗ ਤੇਗ। ਸ਼ਬਦ ਬਦਲਣਗੇ, ਅਰਥ ਹੋਈ ਨਿਕਲਣਗੇ। ਸਾਧ ਸੰਗਤ ਉਸੇ ਨੂੰ ਆਖਿਆ ਗਿਆ ਨਿਸ਼ਾਨ ਤੇ ਵਿਧਾਨ, ਉਸੇ ਨੂੰ ਆਖਿਆ ਗਿਆ ਮੀਰੀ ਤੇ ਪੀਰੀ, ਉਸੇ ਨੂੰ ਹੀ ਆਖਿਆ ਗਿਆ ਸਾਧ ਸੰਗਤ ਜੀ ਸੰਤ ਤੇ ਸਿਪਾਹੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਉੱਚਾ ਜੀਵਨ ਦਾ ਜਜ਼ਬਾ ਮਨੁੱਖਤਾ ਦੇ ਪੱਲੇ ਪਾਇਆ, ਔਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਜੀ ਕਹਿੰਦੇ ਖਾਲਸਾ ਕਿਹਨੂੰ ਆਖੀਦਾ ਹੈ? ਖਾਲਸੇ ਦਾ ਮਤਲਬ ਹੈ ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਦੋ। ਮਹਾਰਾਜ ਨੇ ਆਖਿਆ ਮੇਰੇ ਵਿੱਚ ਤੇ ਮੇਰੇ ਖਾਲਸੇ ਵਿੱਚ ਤੇ ਸਾਡੇ ਸਿਰਜਣਹਾਰ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਜਿਉਂਦੇ ਜੀ ਮੁਕਤ ਨੇ, ਉਹਨਾਂ ਨੂੰ ਮੌਤ ਤੋਂ ਡਰ ਲੱਗਣੋਂ ਹਟ ਗਿਆ, ਔਰ ਸਾਧ ਸੰਗਤ ਆਪਣੇ ਗੁਰੂ ਦੇ ਨਾਂ ਤੇ ਜੂਝਣ ਲੱਗੇ। ਇਹੀ ਕਾਰਨ ਹੈ ਜਿੱਦਣ ਆਜ਼ਾਦੀ ਮਿਲੀ ਭਾਰਤ ਨੂੰ, ਤੇ ਸਾਧ ਸੰਗਤ 97% ਆਜ਼ਾਦੀ ਦੇ ਵਿੱਚ ਯੋਗਦਾਨ ਦੇਣ ਵਾਲੇ, ਆਜ਼ਾਦੀ ਨੂੰ ਲਿਆਉਣ ਵਾਸਤੇ 97% ਕੁਰਬਾਨੀਆਂ ਕਰਨ ਵਾਲੇ ਸਿੱਖ ਨੇ। ਇਹ ਸਾਰਾ ਜਿਹੜਾ ਸਾਧ ਸੰਗਤ ਰਹਿਮਤ ਹੈ ਉਹ ਕਲਗੀਧਰ ਮਹਾਰਾਜ ਤੋਂ ਸ਼ੁਰੂ ਹੁੰਦੀ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਰਹਿਮਤ ਕਰਨ। ਇਸ ਮੌਕੇ ਦੇ ਉੱਤੇ ਖਾਲਸਾ ਪ੍ਰਗਟ ਦਿਵਸ, ਖਾਲਸਾ ਸਾਜਣਾ ਦਿਵਸ ਆਪ ਜੀ ਸੰਗਤਾਂ ਨੂੰ ਜੋ ਮਨਾ ਰਹੇ ਹੋ ਬੜੇ ਪਿਆਰ ਨਾਲ ਬਹੁਤ ਬਹੁਤ ਵਧਾਈਆਂ ਦਿੰਨਾ।
ਮਹਾਰਾਜ ਕਿਰਪਾ ਕਰਨਾ। ਉਹ ਆਪਾਂ ਗੁਰੂ ਕਲਗੀਧਰ ਪਿਤਾ ਮਹਾਰਾਜ ਦੇ ਧੀਆਂ ਪੁੱਤਰ ਬਣਨ ਦਾ ਮਾਣ ਹਾਸਲ ਕਰੀਏ। ਗੁਰੂ ਕਲਗੀਧਰ ਮਹਾਰਾਜ ਦੇ ਬਖਸ਼ੇ ਹੋਏ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਮਾਣ ਨਾਲ ਸੰਸਾਰ ਵਿੱਚ ਜੀਵੀਏ, ਤਾਂ ਕਿ ਅਸੀਂ ਆਪਣੇ ਆਪ ਨੂੰ ਸਮਝੀਏ ਸਾਡਾ ਜਨਮ ਹੋਇਆ ਹੈ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ। ਅਸੀਂ ਵਾਸੀਆਂ ਆਨੰਦਪੁਰ ਸਾਹਿਬ ਦੇ, ਤੇ ਮਹਾਰਾਜ ਨੇ ਕਿਰਪਾ ਕੀਤੀ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ, ਸਮਾਪਤੀ ਲੱਗਾ ਕਰਨ, ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਸ ਤੋਂ ਬਾਅਦ ਜਾਤ ਪਾਤ ਖਤਮ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਕਿਹਾ ਜਾਂਦਾ ਤੇਰੇ ਅੱਜ ਤੋਂ ਬਾਅਦ ਕਰਮ ਨਾਸ, ਜਾਤ ਪਾਤ ਨਾਸ। ਮਹਾਰਾਜ ਦੀ ਐਸੀ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਸਾਡਾ ਫਿਰ ਪਿਓ ਬਣਦਾ ਸਾਧ ਸੰਗਤ ਆਪ ਮਾਲਕ ਸੱਚਾ ਸਤਿਗੁਰੂ ਗੁਰੂ ਕਲਗੀਧਰ ਸਰਕਾਰ ਸਾਡੀ ਮਾਂ ਹੈ, ਮਾਤਾ ਸਾਹਿਬ ਕੌਰ। ਇਸ ਕਰਕੇ ਆਪਾਂ ਗੁਰੂ ਮਹਾਰਾਜ ਦੇ ਨਾਮ ਦੇ ਹੇਠਾਂ ਜਿਉਣਾ ਹੈ। ਜਿਹੜਾ ਜੀਵਨ ਹੈ ਗੁਰੂ ਮਹਾਰਾਜ ਨੂੰ ਸਮਰਪਿਤ ਕਰਨਾ ਹੈ, ਫਿਰ ਹੋਵੇਗੀ ਹਮੇਸ਼ਾ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ। ਸਤਿਗੁਰੂ ਮਹਾਰਾਜ ਰਹਿਮਤ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਲਈ ਖਿਮਾ ਦਾ ਜਾਚਕਾਂ ਜੀ। ਹੁਣ ਆਪ ਜੀ ਦੇ ਸਨਮੁਖ ਗੁਰੂ ਸਵਾਰੇ ਗੁਰੂ ਮਹਾਰਾਜ ਦੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਆਪ ਜੀ ਨੂੰ ਰੱਬੀ ਬਾਣੀ ਦਾ ਹਰਜਸ ਕੀਰਤਨ ਸਰਵਣ ਕਰਾਉਣਗੇ। ਹੋਈਆਂ ਬੇਅੰਤ ਭੁੱਲਾਂ ਲਈ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੈਣੀ ਰਹਿ ਸੋਈ ਸਿੱਖ ਮੇਰਾ, ਰੈਣੀ ਰਹਿ ਸੋਈ ਸਿੱਖ ਮੇਰਾ, ਓ ਠਾਕੁਰ ਮੈਂ ਉਸਕਾ ਚੇਰਾ, ਓ ਠਾਕੁਰ ਮੈਂ ਉਸਕਾ ਚੇਰਾ। ਰੈਣੀ ਰਹਿ ਸੋਈ ਸਿੱਖ ਮੇਰਾ, ਰੈਣੀ ਰਹਿ ਸੋਈ ਸਿੱਖ ਮੇਰਾ, ਓ ਠਾਕੁਰ ਮੈਂ ਉਸਕਾ ਚੇਰਾ, ਓ ਠਾਕੁਰ ਮੈਂ ਉਸਕਾ ਚੇਰਾ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾ ਖਾਵੈ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾ ਖਾਵੈ, ਚੋਟਾ ਖਾਵੈ। ਰੈਣੀ ਰਹਿ ਸੋਈ ਸਿੱਖ ਮੇਰਾ, ਰੈਣੀ ਰਹਿ ਸੋਈ ਸਿੱਖ ਮੇਰਾ, ਓ ਠਾਕੁਰ ਮੈਂ ਉਸਕਾ ਚੇਰਾ, ਓ ਠਾਕੁਰ ਮੈਂ ਉਸਕਾ ਚੇਰਾ। ਰਹਿਤ ਬਿਨਾ ਸੁਖ ਕਬਹੂ ਨਾ ਲਹੈ, ਤਾਤੇ ਰਹਿਤ ਸੋ ਦਿਰ ਕਰ ਰਹਿ। ਰਹਿਤ ਬਿਨਾ ਸੁਖ ਕਬਹੂ ਨਾ ਲਹੈ, ਤਾ
रहत सो दृढ़ कर रहे, सो दृढ़ कर रहे, रैनी रहे सोई सिख मेरा, रैनी रहे सोई सिख मेरा। ओ ठाकुर मैं उसका चेहरा, ओ ठाकुर मैं उसका चेहरा। खालसा खास कहावै सोई, जाके हृदय परब न होई। खालसा खास कहावै सोई, खालसा खास, खालसा खास कहावै सोई, जाके हृदय परब न होई। परम पेखते रहनियारा, सो खालस सतगुरु हमारा। परम पेखते रहनियारा, सो खालस सतगुरु हमारा, सतगुरु हमारा। रहनी रहे सोई सिख मेरा, रहनी रहे सोई सिख मेरा। ओ ठाकुर मैं उसका चेहरा, ओ ठाकुर मैं उसका चेहरा। रहत बिना नह सिख कहावै, रहत बिना दर चोटां खावै। रहत बिना नह सिख कहावै, रहत बिना दर चोटां खावै, चोटां खावै। रहनी रहे, रहनी रहे सोई सिख मेरा। ओ ठाकुर मैं उसका चेहरा, ओ ठाकुर मैं उसका चेहरा। रहनी रहे
उसका चेरा ओ ठाकुर, मैं उसका चेरा, मैं उसका चेरा, मैं उसका चेरा, मैं उसका चेरा। अमृत रस नाम पियो प्यारी, अमृत रस नाम पियो प्यारी, अमृत रस नाम पियो प्यारी। एह रस राती होए त्रिपुतारी, एह रस राती होए त्रिपुतारी, अमृत रस ना पियो प्यारी, अमृत रस ना पियो प्यारी। एह रस राती होए त्रिपुतारी, एह रस राती होए त्रिपुतारी, अमृत रस ना पियो प्यारी, अमृत रस ना पियो प्यारी। आन रसा जेते तै चाक, निमक न तृष्णा तेरी रात। आन रसा जेत तै चाक, निमक न तृष्णा तेरी रात। हर रस का तू चाकै साध, चाकत होए रहे बिस्माद। हर रस का तू चाखे साध, चाकत होए रहे बिस्माद। चाकत होए रहे बिस्माद, चाकत होए रहे बिस्माद। अमृत रस ना पियो प्यारी, अमृत रस ना पियो प्यारी। एह रस राती होए त्रिपुतारी, एह रस राती होए त्रिपुतारी। अमृत रस ना पियो प्यारी, अमृत रस ना पियो प्यारी। हे जेवे तू
राम गुण गाओ, निमक निमक हर 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 त्याओ। हे जेवे तू राम गुण गाओ, निबक निबक हर 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 त्याओ। आन न सुनिए कतहु जाए, साध संगत बड़ भागी पाया। आन न सुनिए कतहु जाए, साध संगत बड़ भागी पाया। साध संगत बड़ भागी पाइयै, साध संगत बड़ भागी पाइयै। अमृत रसना पियो प्यारी, अमृत रसना पियो प्यारी। एह रस राती होए त्रिपुतारी, एह रस राती होए त्रिपुतारी। अमृत रसना पियो प्यारी, अमृत रसना पियो प्यारी, अमृत रसना पियो प्यारी। आठ पहर जेवे आराध, पार ब्रह्म ठाकुर आकांत। आठ पहर जेवे आराध, पार ब्रह्म ठाकुर आगाध। आठ पहर जेवे आराध, पार ब्रह्म ठाकुर आगाध। आठ पहर जेवे आराध, पार ब्रह्म ठाकुर आगाध। इहाँ उहाँ सदा सोहेरी, हर गुण गावत रसन अमोरी। इहाँ उहाँ सदा सुहेनी, हर गुण गावत रसन अमोरी।
ਜੀ ਹਰ ਗੁਣ ਗਾਵਤ ਰਸਨ ਅਬੋਰੀ, ਹਰ ਗੁਣ ਗਾਵਤ ਰਸਨ ਅਬੋਰੀ, ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਪੀਓ ਪਿਆਰੀ। ਇਹ ਰਸ ਰਾਤੀ ਹੋਏ ਤ੍ਰਿਪਤਾਰੀ, ਅੰਮ੍ਰਿਤ ਰਾਤੀ ਹੋਏ ਤ੍ਰਿਪਤਾਰੀ, ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਪੀਓ ਪਿਆਰੀ। ਨਸਪਤ ਮੋਲੀ ਫਲ ਫੁੱਲ ਪੇਟ, ਇਹ ਰਸ ਰਾਤੀ ਬਹੁਰ ਨਾ ਛੂਟ। ਨਸਪਤ ਮੋਲੀ ਫਲ ਫੁੱਲ ਪੇਟ, ਇਹ ਰਸ ਰਾਤੀ ਬਹੁਰ ਨ ਚੋੜੈ, ਆਨ ਨ ਰਸ ਕਸ ਲਵਹਿ ਨ ਲਾਈ, ਕਹੋ ਨਾਨਕ ਗੁਰ ਪੈ ਸਹਾਈ। ਆਨ ਨ ਰਸ ਕਸ ਲਵਹਿ ਨ ਲਾਈ, ਕਹੋ ਨਾਨਕ ਗੁਰ ਪੈ ਸਹਾਈ। ਜੀ ਕਹੋ ਨਾਨਕ ਗੁਰ ਪੈ ਸਹਾਈ, ਕਹੋ ਨਾਨਕ ਗੁਰ ਪੈ ਸਹਾਈ, ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਪੀਓ ਪਿਆਰੀ। ਇਹ ਰਸ ਰਾਤੀ ਹੋਏ ਤ੍ਰਿਪਤਾਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ, ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਪੀਓ ਪਿਆਰੀ।